ਇੱਥੇ ਇੱਕ ਤੋਸ਼ਾਖਾਨਾ ਹੈਗਾ, ਉੱਥੇ ਆਪਣਾ ਸਾਰਾ ਖਜ਼ਾਨਾ ਰੱਖਿਆ। ਕੋਹੀਨੂਰ ਹੀਰਾ ਉਹ ਵੀ ਇੱਥੇ ਤੋਸ਼ਾਖਾਨਾ ਦੇ ਵਿੱਚ ਰੱਖਿਆ ਗਿਆ। ਜਨਰਲ ਡਾਇਰ ਬੰਗਲਾ, ਜਨਰਲ ਡਾਇਰ ਜਦੋਂ ਇੱਥੇ ਹੁੰਦੇ ਸੀ ਤੇ ਉਹਨਾਂ ਦਾ ਆਫਿਸ ਹੁੰਦਾ ਸੀ ਇੱਥੇ। ਜੱਲਿਆਂਵਾਲੇ ਬਾਗ ਦਾ ਜਿਹੜਾ ਕਤਲ ਦਾ ਹੁਕਮ ਸੀ ਉਹ ਇੱਥੋਂ ਜਾਰੀ ਕੀਤਾ ਔਰ ਜਿਹੜੀ ਉਹ ਬਟਾਲੀਅਨ ਗਈ ਹੈ ਜਿਨ੍ਹਾਂ ਨੇ ਉੱਥੇ ਗੋਲੀਬਾਰੀ ਕੀਤੀ ਹੈ, ਉਹਨੇ ਇੱਥੇ ਲੋਕਾਂ ਨੂੰ ਮਾਰਿਆ, ਉਹ ਵੀ ਇੱਥੋਂ ਗਈ। ਇਹ ਆਪਣੇ ਨਾਲ ਦੀ ਇਹੋ ਜਿਹੀ ਤੋਪ ਹੈ ਜਿਸ ਲਈ ਚੱਲਦੀ ਸੀ ਜਿਵੇਂ ਬਦਲਾਂ ਦੀ ਗੂੰਜ ਹੁੰਦੀ ਕਿ ਨਹੀਂ, ਉਸ ਤਰ੍ਹਾਂ ਇਹਦੀ ਗੂੰਜ ਸੀ, ਇਸ ਕਰਕੇ ਇਹਦਾ ਨਾਂ ਜਮਜਮਾ ਰੱਖਿਆ ਗਿਆ। ਪੰਜਾਬ ਦੀ ਮਹਾਨ ਵਿਰਾਸਤ ਕਿਲ੍ਹਾ ਗੋਬਿੰਦਗੜ੍ਹ ਜੋ ਆਪਣੇ ਆਪ 'ਚ 300 ਸਾਲ ਦਾ ਇਤਿਹਾਸ ਸਮੋਈ ਬੈਠਾ ਏ। ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ ਨੂੰ ਸਾਂਭੀ ਬੈਠੇ ਇਸ ਕਿਲ੍ਹੇ ਦੇ ਵਿੱਚ ਕਦੇ ਦੁਨੀਆ ਦਾ ਪ੍ਰਸਿੱਧ ਕੋਹੀਨੂਰ ਹੀਰਾ ਰੱਖਿਆ ਜਾਂਦਾ ਸੀ। ਅੱਜ ਵੀ ਇੱਥੇ ਆ ਕੇ ਮਨੁੱਖ ਅਤੀਤ ਦੇ ਵਿੱਚ ਗੁਆਚ ਜਾਂਦਾ ਏ। ਵਿਰਾਸਤਨਾਮਾ 'ਚ ਅੱਜ ਸੈਰ ਕਰਾਵਾਂਗੇ ਅੰਮ੍ਰਿਤਸਰ ਦੀ ਪ੍ਰਸਿੱਧ ਵਿਰਾਸਤ ਕਿਲ੍ਹਾ ਗੋਬਿੰਦਗੜ੍ਹ ਦੀ। ਬੇਸ਼ਕੀਮਤੀ ਇਤਿਹਾਸਕ ਜ਼ਖੀਰਿਆਂ ਦੇ ਨਾਲ ਭਰੀ ਪੰਜਾਬ ਦੀ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮੌਕੇ ਪੰਜਾਬ ਨੂੰ ਉਹ ਰੰਗ ਭਾਗ ਲੱਗੇ ਜੋ ਅੱਜ ਤੱਕ ਪੰਜਾਬ ਦੀ ਸ਼ਾਨ ਦਾ ਪ੍ਰਤੀਕ ਬਣੇ ਹੋਏ ਹਨ। ਇਨ੍ਹਾਂ ਹੀ ਸ਼ਾਨਦਾਰ ਇਤਿਹਾਸਕ ਜ਼ਖੀਰਿਆਂ ਵਿੱਚ ਸ਼ਾਮਲ ਹੈ ਕਿਲ੍ਹਾ ਗੋਬਿੰਦਗੜ੍ਹ। ਸੂਬੇ ਦੀਆਂ 12 ਸਿੱਖ ਮਿਸਲਾਂ ਚੋਂ ਇੱਕ ਭੰਗੀ ਮਿਸਲ ਦੇ ਆਗੂ ਗੁੱਜਰ ਸਿੰਘ ਭੰਗੀ, ਜਿਨ੍ਹਾਂ ਦੀ ਅਗਵਾਈ ਹੇਠ ਇਹ ਕਿਲ੍ਹਾ 1760 ਈਸਵੀ ਨੂੰ ਉਸਾਰਿਆ ਗਿਆ। ਉਸ ਸਮੇਂ ਮਹਿਜ਼ ਮਿੱਟੀ ਦਾ ਬਣਿਆ ਹੋਣ ਕਰਕੇ ਇਹ ਕਿਲ੍ਹਾ ਮਿੱਟੀ ਦੇ ਕਿਲ੍ਹੇ ਜਾਂ ਭੰਗੀਆਂ ਦੁਆਰਾ ਬਣਾਏ ਜਾਣ ਕਰਕੇ ਭੰਗੀਆਂ ਦੇ ਕਿਲ੍ਹੇ ਵਜੋਂ ਜਾਣਿਆ ਜਾਣ ਲੱਗਾ। ਸਮਾਂ ਬੀਤਿਆ 1788 ਨੂੰ ਗੁੱਜਰ ਸਿੰਘ ਭੰਗੀ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ 1805 ਈਸਵੀ ਨੂੰ 49 ਸਾਲ ਤੱਕ ਕਿਲ੍ਹੇ ਤੇ ਰਾਜ ਕਰ ਚੁੱਕੀ ਭੰਗੀ ਮਿਸਲ ਤੋਂ ਇਹ ਕਿਲ੍ਹਾ ਆਪਣੇ ਅਧੀਨ ਲੈ ਲਿਆ। ਮਹਾਰਾਜੇ ਨੇ ਆਹਲੂਵਾਲੀਆ ਗੇਟ ਤੋਂ ਸ਼ਹਿਰ 'ਚ ਦਾਖਲ ਹੋ ਕੇ ਕਿਲ੍ਹੇ ਅਤੇ ਜ਼ਮਜ਼ਮਾ ਤੋਪ ਸਣੇ ਪੂਰੇ ਅੰਮ੍ਰਿਤਸਰ ਨੂੰ ਫਤਿਹ ਕਰ ਲਿਆ। ਮੰਨਿਆ ਇਹ ਵੀ ਜਾਂਦਾ ਏ ਕਿ ਆਵਾਮ ਨੇ ਭੰਗੀਆਂ ਦੇ ਰਾਜ ਤੋਂ ਤੰਗ ਆ ਜਾਣ ਤੇ ਸ਼ਹਿਰ ਦੇ ਦਰਵਾਜ਼ੇ ਮਹਾਰਾਜੇ ਨੂੰ ਹਮਲਾ ਕਰਨ ਦੇ ਲਈ ਖੋਲ੍ਹ ਦਿੱਤੇ ਸਨ। ਦੇਖੋ ਜੀ, ਕਿਲ੍ਹਾ ਜਿਹੜਾ ਹੋਂਦ ਦੇ ਵਿੱਚ ਆਇਆ ਹੈ ਉਹ ਆਇਆ 1768 ਦੇ ਵਿੱਚ। ਇਸ ਕਿਲ੍ਹੇ ਨੂੰ ਬਣਾਇਆ ਗਿਆ ਵਾ ਗੁੱਜਰ ਸਿੰਘ ਭੰਗੀ ਵੱਲੋਂ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਇਸ ਕਿਲ੍ਹੇ ਨੂੰ ਤੇ ਕਬਜ਼ਾ ਕਰਨ ਤੋਂ ਪਹਿਲੋਂ ਇੱਥੇ ਉਹਨਾਂ ਦਾ ਰਾਜ ਸੀ, ਗੁੱਜਰ ਸਿੰਘ ਭੰਗੀ ਦਾ। ਲੇਕਿਨ ਉਹਨਾਂ ਦਾ ਰਾਜ ਜਿਹੜਾ ਸੀ, ਲੋਕ ਬੜੇ ਤੰਗ ਸੀ ਉਹਨਾਂ ਦੇ ਰਾਜ ਦੇ ਵਿੱਚ। ਉਹਨਾਂ ਨੇ ਜਾ ਕੇ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਸ਼ਿਕਾਇਤ ਲਗਾਈ ਕਿ ਇੱਥੇ ਜਿਹੜਾ ਰਾਜਾ ਤੁਸੀਂ ਬਣਾਇਆ ਹੈ ਵਾ ਉਹ ਸਾਨੂੰ ਲੁੱਟੀ ਜਾਂਦਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫਿਰ ਸੈਨਾ ਲੈ ਕੇ ਇੱਥੇ ਆਏ ਤੇ ਉਹਨਾਂ ਨੇ ਇਸ ਕਿਲ੍ਹੇ ਦਾ ਜਿਹੜਾ ਕਬਜ਼ਾ ਸੀ ਉਹ ਆਪ ਲੈ ਲਿਆ। ਉਹਦੇ ਬਾਅਦ ਫਿਰ ਉਹਨਾਂ ਨੇ ਇਸ ਕਿਲ੍ਹੇ ਦੇ ਵਿੱਚ ਆਪਣੀ ਸੈਨਾ ਰੱਖੀ। ਇੱਥੇ ਇੱਕ ਤੋਸ਼ਾਖਾਨਾ ਹੈਗਾ, ਉੱਥੇ ਆਪਣਾ ਸਾਰਾ ਖਜ਼ਾਨਾ ਰੱਖਿਆ ਔਰ ਕਹਿੰਦੇ ਨੇ ਕਿ ਕੋਹੀਨੂਰ ਹੀਰਾ ਉਹ ਵੀ ਇੱਥੇ ਤੋਸ਼ਾਖਾਨਾ ਦੇ ਵਿੱਚ ਰੱਖਿਆ ਗਿਆ, ਜੋ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ। ਉਹਦੇ ਬਾਅਦ ਫਿਰ ਉਹਨਾਂ ਨੇ ਇੱਥੇ ਉਹਨਾਂ ਦਾ ਰਾਜ ਤਾਂ ਬਹੁਤ ਇੱਕ ਮਿਸਾਲ ਸੀ ਰਾਜ ਉਹਨਾਂ ਦਾ। ਲੋਕ ਬੜੇ ਖੁਸ਼ ਰਹੇ ਉਹਨਾਂ ਦੇ ਰਾਜ ਦੇ ਵਿੱਚ। ਉਹਨਾਂ ਨੇ ਹਰਿਮੰਦਰ ਸਾਹਿਬ ਦੇ ਵਿੱਚ ਸੋਨੇ ਦੀ ਸੇਵਾ ਵੀ ਕੀਤੀ ਤੇ ਆਪ ਜਦੋਂ ਵੀ ਲਾਹੌਰ ਤੋਂ ਇੱਥੇ ਆਉਂਦੇ ਸੀ ਉਹ ਇੱਥੇ ਰੁਕਦੇ ਸੀ, ਨਹੀਂ ਤੇ ਉਹਨਾਂ ਦੇ ਪਿੱਛੋਂ ਉਹਨਾਂ ਦੀ ਸੈਨਾ ਜਿਹੜੀ ਹੈ ਉਹ ਸਾਰਾ ਕਿਲ੍ਹਾ ਸੰਭਾਲਦੀ ਸੀ। ਔਰ ਸ਼ਹਿਰ ਦੇ ਜਿਹੜੇ 9 ਦਰਵਾਜ਼ੇ ਹੈਗੇ ਆ ਉਹ ਵੀ ਮਹਾਰਾਜਾ ਰਣਜੀਤ ਸਿੰਘ ਨੇ ਉਸੇ ਸਮੇਂ ਬਣਾਏ। ਤਾਂ ਜਿੰਨੀ ਦੇਰ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਅੰਗਰੇਜ਼ ਇੱਧਰ ਅੱਖ ਚੁੱਕ ਕੇ ਵੀ ਨਹੀਂ ਵੇਖ ਸਕੇ। ਲੇਕਿਨ ਜਦੋਂ ਉਹ ਚਲਾਨਾ ਕਰ ਗਏ ਉਹਦੇ ਬਾਅਦ ਫਿਰ ਅੰਗਰੇਜ਼ਾਂ ਨੇ ਇਸ ਕਿਲ੍ਹੇ ਦੇ ਉੱਤੇ ਕਬਜ਼ਾ ਕਰ ਲਿਆ। ਇਹਦਾ ਸਾਰਾ ਖਜ਼ਾਨਾ ਵੀ ਲੈ ਗਏ, ਕੋਹੀਨੂਰ ਹੀਰਾ ਵੀ ਲੈ ਗਏ ਤੇ ਮਹਾਰਾਜਾ ਦੀ ਜਿਹੜੀ ਆਖਰੀ ਵੰਸ਼ਜ ਸੀ ਦਲੀਪ ਸਿੰਘ, ਉਹਨਾਂ ਨੂੰ ਵੀ ਨਾਲ ਲੈ ਗਏ। 1805 ਤੋਂ ਲੈ ਕੇ 1809 ਈਸਵੀ ਤੱਕ ਦਾ ਸਮਾਂ ਕਿਲ੍ਹੇ ਦੀ ਮੁਰੰਮਤ ਤੇ ਬੀਤਿਆ।
ਜੋ ਨਵੀਆਂ ਤਕਨੀਕਾਂ ਦੀ ਮਦਦ ਨਾਲ ਅੰਮ੍ਰਿਤਸਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਨੂੰ ਮੁੱਖ ਰੱਖਦੇ ਹੋਏ ਮਹਾਰਾਜੇ ਨਾਲ ਜੁੜੇ ਫਰਾਂਸੀਸੀ ਜਰਨੈਲਾਂ, ਆਰਕੀਟੈਕਟਾਂ ਜਾਂ ਸਿਰਜਣਹਾਰਿਆਂ ਦੀ ਬਦੌਲਤ ਕੀਤਾ ਗਿਆ। ਕਿਲੇ ਵਿੱਚ ਟਕਸਾਲ ਤੋਪਖਾਨਾ ਤੋਂ ਇਲਾਵਾ ਚੂਨੇ ਦੇ ਪਲਸਤਰ ਤੋਂ ਬਣੀਆਂ ਨਾਨਕਸ਼ਾਹੀ ਇੱਟਾਂ ਦੇ ਨਾਲ ਇੱਕ ਤੋਪਖਾਨਾ ਬਣਾਇਆ ਗਿਆ, ਜਿਸ ਵਿੱਚ ਕੋਹੀਨੂਰ ਹੀਰੇ ਸਣੇ 30 ਲੱਖ ਦਾ ਖਜ਼ਾਨਾ ਵੀ ਰੱਖਿਆ ਗਿਆ। ਇਸ ਦੀ ਰਾਖੀ ਲਈ ਹਰ ਵੇਲੇ 2000 ਸਿਪਾਹੀ ਤਾਇਨਾਤ ਰਹਿੰਦੇ ਸਨ। ਮੁੜ ਉਸਾਰੀ ਤੋਂ ਬਾਅਦ ਮਿੱਟੀ ਦੇ ਕਿਲੇ ਤੋਂ ਬਦਲ ਇਹ ਆਲੀਸ਼ਾਨ ਕਿਲੇ 'ਚ ਤਬਦੀਲ ਹੋ ਗਿਆ ਤੇ ਇਸ ਆਲੀਸ਼ਾਨ ਕਿਲੇ 'ਚ ਹੀ ਮਹਾਰਾਜੇ ਦੀ ਪਲੇਠੀ ਔਲਾਦ ਖੜਕ ਸਿੰਘ ਦੇ ਸੁਪੁੱਤਰ ਕੰਵਰ ਨੌ ਨਿਹਾਲ ਸਿੰਘ ਦਾ ਵਿਆਹ ਕੀਤਾ ਗਿਆ। ਕਿਲਾ ਗੋਬਿੰਦਗੜ੍ਹ ਦੇ ਵਿੱਚ ਪ੍ਰਵੇਸ਼ ਕਰਨ ਦੇ ਲਈ ਸਭ ਤੋਂ ਪਹਿਲਾਂ ਇਸ ਪੁਰਾਤਨ ਦਰਵਾਜ਼ੇ ਦੇ ਰਾਹੀਂ ਅੰਦਰ ਲੰਘਿਆ ਜਾਂਦਾ ਹੈ, ਜਿਸ ਦਾ ਨਾਮ ਹੈ ਹਰੀ ਸਿੰਘ ਨਲੂਆ ਦਰਵਾਜ਼ਾ। ਇਸ ਕਿਲੇ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਸ ਦੇ ਆਲੇ ਦੁਆਲੇ ਪਹਿਲਾਂ ਇੱਕ ਨਹਿਰ ਸੀ ਤਾਂ ਕਿ ਦੁਸ਼ਮਣ ਇਸ ਕਿਲੇ ਤੇ ਧਾਵਾ ਨਾ ਬੋਲ ਸਕਣ। ਜੇਕਰ ਦੁਸ਼ਮਣ ਇਸ ਮਨਸ਼ਾ ਦੇ ਨਾਲ ਆਉਂਦੇ ਵੀ ਸੀ ਤਾਂ 25 ਤੋਪਾਂ ਇਸ ਕਿਲੇ ਤੇ ਹਮੇਸ਼ਾ ਤਿਆਰ ਰਹਿੰਦੀਆਂ ਸੀ ਦੁਸ਼ਮਣਾਂ ਨੂੰ ਰੋਕਣ ਦੇ ਲਈ। ਜੂਨ 1839 ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਕਈ ਉੱਤਰਾਧਿਕਾਰੀ ਬਣੇ ਅਤੇ ਆਖਰ ਸਤੰਬਰ 1843 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਜਿੰਦ ਕੌਰ ਦੇ ਇਕਲੌਤੇ ਪੁੱਤਰ ਦਲੀਪ ਸਿੰਘ ਨੇ ਆਪਣੀ 5 ਵਰ੍ਹਿਆਂ ਦੀ ਉਮਰ 'ਚ ਗੱਦੀ ਸੰਭਾਲੀ। ਮਹਾਰਾਜਾ ਦਲੀਪ ਸਿੰਘ ਦੀ ਉਮਰ ਨਿਆਣੀ ਸੀ, ਇਸ ਲਈ ਰਾਣੀ ਜਿੰਦਾ ਦਾ ਹੀ ਰਾਜ ਭਾਗ ਸੰਭਾਲਣਾ ਸੁਭਾਵਿਕ ਗੱਲ ਸੀ, ਪਰ ਉਹ ਰਾਜ ਭਾਗ ਸੰਭਾਲਣ 'ਚ ਕਮਜ਼ੋਰ ਸਾਬਤ ਹੋਏ। ਨਤੀਜੇ ਵਜੋਂ ਮੌਕਾ ਸੰਭਾਲਦਿਆਂ ਅੰਗਰੇਜ਼ਾਂ ਨੇ ਕੁਝ ਗੱਦਾਰਾਂ ਦੀ ਮਦਦ ਨਾਲ ਦੂਜੇ ਐਂਗਲੋ ਸਿੱਖ ਯੁੱਧ 'ਚ ਸਿੱਖਾਂ ਨੂੰ ਹਰਾ 29 ਮਾਰਚ 1849 ਨੂੰ ਪੰਜਾਬ ਰਾਜ ਨੂੰ ਖਤਮ ਕਰਕੇ ਅੰਗਰੇਜ਼ੀ ਸਾਮਰਾਜ ਸ਼ਾਮਲ ਕਰ ਲਿਆ। ਮਹਾਰਾਜੇ ਤੋਂ ਬਾਅਦ ਵਾਰੀ ਆਈ ਅੰਗਰੇਜ਼ੀ ਹੁਕਮਰਾਨਾਂ ਦੀ ਤੇ ਅੰਗਰੇਜ਼ਾਂ ਨੇ ਆਪਣੀ ਲੋੜ ਮੁਤਾਬਕ ਕਿਲੇ ਦੀ ਰੂਪਰੇਖਾ 'ਚ ਤਬਦੀਲੀ ਕੀਤੀ ਤੇ ਕਿਲੇ 'ਚ ਫਾਂਸੀ ਘਰ, ਦਰਬਾਰ ਹਾਲ, ਕਲੋਰੋਨੋਮ ਘਰ, ਡਾਇਰ ਬੰਗਲੋ ਜਿਹੀਆਂ ਇਮਾਰਤਾਂ ਨੂੰ ਸ਼ਾਮਲ ਕੀਤਾ। ਕਿਲਾ ਗੋਬਿੰਦਗੜ੍ਹ ਕੁਦਰਤੀ ਨਜ਼ਾਰਿਆਂ ਦੇ ਨਾਲ ਭਰਪੂਰ ਹੈ। ਇਹ ਉਹੀ ਥਾਂ ਸੀ ਜਿੱਥੇ ਬ੍ਰਿਟਿਸ਼ ਪੀਰੀਅਡ ਦੇ ਦੌਰਾਨ ਜਨਰਲ ਅਡਵਾਇਰ ਤੇ ਉਸਦੇ ਸਾਥੀ ਨਿਵਾਸ ਕਰਦੇ ਸਨ, ਜਿੱਥੇ ਹੁਣ ਪੁਰਾਤਨ ਸ਼ਸਤਰ ਤੇ ਬਹੁਤ ਹੀ ਸ਼ਾਨਦਾਰ ਬੁੱਤ ਸਥਾਪਿਤ ਕੀਤੇ ਗਏ ਹਨ ਜੋ 18ਵੀਂ ਅਤੇ 19ਵੀਂ ਸਦੀ ਦਾ ਇਤਿਹਾਸ ਰੂਪਮਾਨ ਕਰਦੇ ਹਨ। ਅੰਗਰੇਜ਼ਾਂ ਨੇ ਜਦੋਂ ਭਾਰਤ ਨੂੰ ਛੱਡਿਆ ਤਾਂ ਦੇਸ਼ ਦੀ ਆਜ਼ਾਦੀ ਦੇ ਨਾਲ ਇਸ ਕਿਲੇ ਨੂੰ ਵੀ ਆਜ਼ਾਦੀ ਨਸੀਬ ਹੋਈ। ਸਾਲ 1947 ਜਦੋਂ ਵੰਡ ਤੇ ਕਤਲੇਆਮ ਦੇ ਸਮੇਂ ਕਿਲਾ ਗੋਬਿੰਦਗੜ੍ਹ ਨੇ ਸ਼ਰਨਾਗਤ ਦਾ ਕੰਮ ਵੀ ਬਾਖੂਬੀ ਨਿਭਾਇਆ। ਅੰਗਰੇਜ਼ਾਂ ਦੇ ਚਲੇ ਜਾਣ ਦੇ ਨਾਲ ਉਹਨਾਂ ਨਾਲ ਜੁੜੀਆਂ ਥਾਵਾਂ ਵੀ ਇਤਿਹਾਸ 'ਚ ਜੁੜ ਗਈਆਂ। ਉਹਨਾਂ ਹੀ ਥਾਵਾਂ 'ਚੋਂ ਇੱਕ ਡਾਇਰ ਬੰਗਲਾ। ਗੋਬਿੰਦਗੜ੍ਹ ਕਿਲੇ 'ਚ ਮੌਜੂਦ ਡਾਇਰ ਬੰਗਲਾ ਉਹ ਥਾਂ ਸੀ ਜਿੱਥੇ ਜਨਰਲ ਅਡਵਾਇਰ ਨਿਵਾਸ ਕਰਦਾ ਸੀ ਤੇ ਉਸਦੇ ਆਲਾ ਅਧਿਕਾਰੀ ਵੀ ਇੱਥੇ ਹੀ ਰੁਕਿਆ ਕਰਦੇ ਸਨ। ਇਸ ਕਿਲੇ ਨੇ ਕਾਫੀ ਯੋਗਦਾਨ ਹੋਇਆ ਹੋਇਆ ਹੈ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ। ਇਹ ਜਿਹੜਾ ਇੱਥੇ ਇੱਕ ਬਿਲਡਿੰਗ ਦੇਖ ਰਹੇ ਹੋ ਤੁਸੀਂ, ਇਹਨੂੰ ਕਹਿੰਦੇ ਨੇ ਜਨਰਲ ਡਾਇਰ ਬੰਗਲਾ। ਜਨਰਲ ਡਾਇਰ ਜਦੋਂ ਇੱਥੇ ਹੁੰਦੇ ਸੀ ਤੇ ਉਹਨਾਂ ਦਾ ਆਫਿਸ ਹੁੰਦਾ ਸੀ ਇੱਥੇ। ਇਹ ਕਿਹਾ ਜਾਂਦਾ ਹੈ ਕਿ ਜੱਲਿਆਂਵਾਲੇ ਬਾਗ ਦਾ ਜਿਹੜਾ ਕਤਲ ਦਾ ਹੁਕਮ ਸੀ ਉਹ ਇੱਥੋਂ ਜਾਰੀ ਕੀਤਾ ਗਿਆ, ਔਰ ਜਿਹੜੀ ਉਹ ਬਟਾਲੀਅਨ ਗਈ ਹੈ ਜਿਨ੍ਹਾਂ ਨੇ ਉੱਥੇ ਗੋਲੀਬਾਰੀ ਕੀਤੀ ਹੈ ਔਰ ਨਿਹੱਥੇ ਲੋਕਾਂ ਨੂੰ ਮਾਰਿਆ, ਉਹ ਵੀ ਇੱਥੋਂ ਗਈ ਹੈ। ਉਹਦੇ ਇਲਾਵਾ ਜਦੋਂ ਪਾਰਟੀਸ਼ਨ ਹੋਇਆ, ਲੋਕ ਵਿਸਥਾਪਿਤ ਹੋ ਕੇ ਆਏ ਪਾਕਿਸਤਾਨ ਤੋਂ, ਕਾਫੀ ਲੋਕ ਇੱਥੇ ਰੁਕੇ ਇਸ ਕਿਲੇ ਦੇ ਵਿੱਚ ਹੀ। ਇਹ ਕਿਲੇ ਦੀ ਦੀਵਾਰਾਂ ਉਸ ਮੰਜ਼ਰ ਦਾ ਗਵਾਹ ਹੈ। ਉਹਦੇ ਬਾਅਦ ਫਿਰ ਇਸ ਕਿਲੇ ਨੂੰ ਆਰਮੀ ਨੇ ਲੈ ਲਿਆ ਔਰ ਇਹਦਾ ਬਹੁਤ ਬੁਰਾ ਹਾਲ ਹੋ ਗਿਆ, ਇੱਕ ਖੰਡਰ ਦੇ ਵਿੱਚ ਤਬਦੀਲ ਹੋ ਗਿਆ। ਉਹਦੇ ਬਾਅਦ 2013 ਦੇ ਵਿੱਚ ਇਸ ਕਿਲੇ ਨੂੰ ਵਾਪਸ ਪਬਲਿਕ ਵਾਸਤੇ ਬਣਾਉਣ ਲਈ, ਖੋਲ੍ਹਣ ਲਈ ਸਰਕਾਰਾਂ ਦੇ ਦਿਮਾਗ 'ਚ ਆਇਆ। ਫਿਰ ਇਸ ਕਿਲੇ ਨੂੰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੂੰ ਦਿੱਤਾ ਗਿਆ। ਉਹਨਾਂ ਨੇ ਜੋ ਇੱਥੇ ਪਹਿਲੇ ਬਣਿਆ ਹੋਇਆ ਸੀ ਉਸੇ ਤਰ੍ਹਾਂ ਹੂਬਹੂ ਇਹਨੂੰ ਰੈਨੋਵੇਟ ਕੀਤਾ। ਉੱਪਰ ਜਿਹੜਾ ਤੁਸੀਂ ਦੇਖ ਰਹੇ ਹੋ ਡਾਇਰ ਬੰਗਲਾ, ਇਸ ਵੇਲੇ ਉਹ ਵੈਪਨ ਮਿਊਜ਼ੀਅਮ ਹੈ। ਉਸ ਮਿਊਜ਼ੀਅਮ ਦੇ ਵਿੱਚ ਘੱਟ ਤੋਂ ਘੱਟ ਨਹੀਂ ਤੇ
300 400 ਸਾਲ ਪੁਰਾਣੇ ਹਥਿਆਰ ਪਏ ਹੋਏ ਆ। ਲੋਕ ਆ ਕੇ ਦੇਖਦੇ ਨੇ, ਆਪਣੀ ਵਿਰਾਸਤ ਦੇਖਦੇ ਨੇ, ਆਪਣੇ ਉਹ ਪੁਰਾਣੇ ਹਥਿਆਰਾਂ ਨੂੰ ਦੇਖਦੇ ਆ ਤੇ ਮਹਿਸੂਸ ਕਰਦੇ ਆ ਕਿ ਬਈ ਉਹ ਰਾਜ ਜਿਹੜਾ ਹੈਗਾ ਸੀ ਉਹ ਕਿੰਨਾ ਮਜ਼ਬੂਤ ਸੀ। ਐਵੇਂ ਨਹੀਂ, ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੋਂ ਲੈ ਕੇ ਅਫਗਾਨਿਸਤਾਨ ਤੱਕ ਆਪਣਾ ਰਾਜ ਬਣਾਇਆ ਸੀ। ਉਹਦੇ ਕਈ ਜਰਨੈਲ ਜਿਹੜੇ ਆ ਉਹਨਾਂ ਦੇ ਨਾਂ 'ਤੇ ਵੀ ਇੱਥੇ ਇਤਿਹਾਸਕਾਰੀ ਗੇਟ ਹੈਗੇ ਆ। ਜਿਵੇਂ ਆਪਾਂ ਬਾਹਰੋਂ ਆਉਂਦੇ ਹਾਂ ਤੇ ਇੱਥੇ ਇੱਕ ਗੇਟ ਹੈਗਾ, ਉਹਦਾ ਨਾਮ ਹੈ ਨਲੂਆ ਗੇਟ। ਉਹ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲੂਏ ਦੇ ਨਾਮ ਤੇ। ਡਾਇਰ ਬੰਗਲੇ ਨੂੰ ਹੁਣ ਬਦਲ ਅਜਾਇਬ ਘਰ 'ਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਵਿੱਚ ਸਿਲੀਕੋਨ ਦੇ ਬੁੱਤ ਰੱਖੇ ਗਏ ਹਨ ਜੋ ਅੱਜ ਵੀ ਸੰਜੀਵ ਜਾਪਦੇ ਹਨ। ਆਜ਼ਾਦੀ ਤੋਂ ਬਾਅਦ ਕਿਲ੍ਹਾ ਗੋਬਿੰਦਗੜ੍ਹ ਭਾਰਤੀ ਫੌਜ ਦੇ ਅਧੀਨ ਕੀਤਾ ਗਿਆ, ਪਰ ਇਸ ਦੌਰਾਨ ਆਮ ਲੋਕਾਂ ਨੂੰ ਅੰਦਰ ਜਾਣ ਦੀ ਮਨਾਹੀ ਸੀ। 2017 'ਚ ਇਸ ਕਿਲ੍ਹੇ ਨੂੰ ਮੁੜ ਤਿਆਰ ਕਰਕੇ ਇਸ ਦੇ ਦਰਵਾਜ਼ੇ ਆਮ ਜਨਤਾ ਦੇ ਲਈ ਖੋਲ੍ਹੇ ਗਏ। ਕਿਲ੍ਹੇ ਦੇ ਵਿੱਚ ਪ੍ਰਵੇਸ਼ ਕਰਦਿਆਂ ਨਲੂਆ ਗੇਟ ਦਾ ਪਹਿਲਾ ਭਾਗ 3 ਮੀਟਰ ਚੌੜੇ ਰਸਤੇ ਵਿੱਚ ਦਾਖਲ ਕਰਵਾਉਂਦਾ ਏ, ਜੋ ਕਿਲ੍ਹੇਬੰਦੀ ਦੀਆਂ ਦੋਹਰੀਆਂ ਦੀਵਾਰਾਂ ਦੇ ਵਿਚਕਾਰ ਹੈ। ਇਸ ਰਸਤੇ ਨੇ ਕਿਲ੍ਹੇ ਨੂੰ ਵਲਿਆ ਹੋਇਆ ਏ। ਇਸ ਦੇ ਦੂਸਰੇ ਹਿੱਸੇ 'ਚ ਵਿਚਕਾਰਲੇ ਰਸਤੇ ਦੇ ਦੋਹੀਂ ਪਾਸੀ ਤਹਿਖਾਨੇ ਬਣੇ ਹੋਏ ਹਨ। ਇਸ ਦਰਵਾਜ਼ੇ ਤੋਂ ਸੜਕ ਅੰਦਰੂਨੀ ਦਰਵਾਜ਼ੇ ਵੱਲ ਇੱਕ ਤਿੱਖਾ ਮੋੜ ਕੱਟਦੀ ਹੈ ਤੇ ਇੱਥੇ ਹੀ ਮੌਜੂਦ ਹੈ ਤਹਿਖਾਨਾ। ਕੈਦੀ ਸੈੱਲ ਜਦੋਂ ਜੀ ਅਸੀਂ ਕਿਲ੍ਹੇ ਦੇ ਮੁੱਖ ਦੁਆਰ ਗੇਟ ਰਾਹੀਂ ਹਰੀ ਸਿੰਘ ਨਲੂਆ ਦੇ ਰਾਹੀਂ ਦਾਖਲ ਹੁੰਦੇ ਹਾਂ ਕਿਲ੍ਹੇ ਦੇ ਵਿੱਚ, ਤਾਂ ਉਸ ਦੇ ਨਾਲ ਇੱਕ ਛੋਟਾ ਜਿਹਾ ਕਮਰਾ ਬਣਿਆ ਆ ਜੋ 2 ਰੂਮਾਂ ਦੇ ਵਿੱਚ ਡਿਵਾਈਡ ਕੀਤਾ ਹੋਇਆ, ਜਿਸ ਨੂੰ ਕੈਦਖਾਨਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਬਿਲਡਿੰਗ ਇੱਕ ਬਸਤੀਵਾਦੀ ਨਿਰਮਾਣ ਆਕਾਰ ਦੀ ਬਣੀ ਹੋਈ ਹੈ ਜੋ 2 ਸਾਹਿਤ ਮੁਕਾਬਲੇ ਦੇ ਵਿੱਚ ਬਣੀ ਹੋਈ ਹੈ। ਇੱਕ ਤਾਂ ਸਿੱਖ ਪੀਰੀਅਡ ਦੇ ਅਧੀਨ ਤੇ ਦੂਸਰੀ ਬਣੀ ਹੋਈ ਹੈ ਅੰਗਰੇਜ਼ਾਂ ਦੇ ਸਮੇਂ ਦੇ ਦੌਰਾਨ। ਅੰਗਰੇਜ਼ ਬਰਤਾਨਵੀ ਸੈਨਾ ਇਸ ਨੂੰ ਕੈਦਖਾਨੇ ਦੇ ਸਮੇਂ ਤੇ ਇਸਤੇਮਾਲ ਕਰਦੀ ਸੀ। ਇਸ ਦੀਆਂ ਜੋ ਛੱਤਾਂ ਨੇ ਜੋ ਜ਼ਮੀਨ ਤੋਂ ਥੋੜੀਆਂ ਉੱਚੀਆਂ ਸਮਤਲ ਏਰੀਏ ਤੇ ਬਣੀਆਂ ਹੋਈਆਂ ਸਨ, ਜਿਸ ਦੇ ਕਾਰਨ ਕਿ ਹਵਾ ਤੇ ਅੰਦਰ ਰੋਸ਼ਨੀ ਬੜੇ ਹੀ ਸੌਖੇ ਤਰੀਕੇ ਨਾਲ ਅੰਦਰ ਪਹੁੰਚ ਜਾਂਦੀ ਸੀ। ਇਸ ਦੇ ਨਾਲ ਹੀ ਕਿਲ੍ਹਾ ਗੋਬਿੰਦਗੜ੍ਹ ਦੇ ਵਿੱਚ ਮੌਜੂਦ ਜ਼ਮਜ਼ਮਾ ਤੋਪ ਦੀ ਵੀ ਇਤਿਹਾਸਕ ਮਹੱਤਤਾ ਹੈ ਤੇ ਇਸ ਦੀ ਮਿਸਾਲ ਵੀ ਹੋਰ ਕਿਧਰੇ ਨਹੀਂ ਮਿਲਦੀ। ਇਹ ਜਿਹੜੀ ਤੋਪ ਤੁਸੀਂ ਦੇਖ ਰਹੇ ਹੋ ਇਹਨੂੰ ਜਮਜਮਾ ਕਹਿੰਦੇ। ਇਹ ਭੰਗੀਆਂ ਕੋਲ ਇਹ ਤੋਪ ਹੁੰਦੀ ਸੀ, ਲੇਕਿਨ ਇਹ ਤੋਪ ਜਿਹੜੀ ਹੈਗੀ ਹੈ ਉਹ ਅਫਗਾਨਾਂ ਦੀ ਤੋਪ ਸੀ। ਕਹਿੰਦੇ ਨੇ ਕਿ ਇਹ ਤੋਪ ਜਿਹੜੀ ਹੈਗੀ ਹੈ ਉਹ ਅਫਗਾਨਾਂ ਕੋਲੋਂ ਹਾਸਲ ਕੀਤੀ ਸੀ। ਇੱਥੇ ਜਦੋਂ ਅਫਗਾਨ ਆਏ ਸੀ ਤੇ ਉਹ ਤੋਪ ਭੰਗੀਆਂ ਨੇ ਉਹਨਾਂ ਕੋਲ ਲੈ ਲਈ ਸੀ। ਉਹਦੇ ਬਾਅਦ ਜਦੋਂ ਮਹਾਰਾਜੇ ਨੇ ਇਹ ਕਿਲ੍ਹਾ ਲਿਆ ਤੇ ਇਹ ਤੋਪ ਵੀ ਜਿਹੜੀ ਹੈਗੀ ਹੈ ਉਹ ਉਹਨਾਂ ਕੋਲ ਆ ਗਈ। ਇਹ ਆਪਣੇ ਨਾਲ ਦੀ ਇਹੋ ਜਿਹੀ ਤੋਪ ਹੈ ਜਿਸ ਲਈ ਚੱਲਦੀ ਸੀ ਤੇ ਜਿਵੇਂ ਬੱਦਲਾਂ ਦੀ ਗੂੰਜ ਹੁੰਦੀ ਕਿ ਨਹੀਂ, ਉਸ ਤਰ੍ਹਾਂ ਇਹਦੀ ਗੂੰਜ ਸੀ। ਇਸ ਕਰਕੇ ਇਹਦਾ ਨਾਂ ਜਮਜਮਾ ਰੱਖਿਆ ਗਿਆ। ਇਹ ਇਸ ਵੇਲੇ ਇਹਦਾ ਰੈਪਲੀਕਾ ਪਿਆ। ਅਸਲੀ ਤੋਪ ਜਿਹੜੀ ਹੈ ਉਹ ਲਾਹੌਰ ਦੇ ਵਿੱਚ ਹੈਗੀ। ਸੋ ਇਸ ਵਿੱਚ ਕੋਈ ਅਤਕਥਨੀ ਨਹੀਂ ਕਿ ਕਿਲ੍ਹਾ ਗੋਬਿੰਦਗੜ੍ਹ ਪੰਜਾਬ ਦੇ ਸ਼ਾਨਾਮਤੇ ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਹੈ। ਕਿਲ੍ਹਾ ਗੋਬਿੰਦਗੜ੍ਹ ਦੇ ਵਿੱਚ ਹੋਰਨਾਂ ਵਿਰਾਸਤੀ ਇਮਾਰਤਾਂ ਦੇ ਨਾਲ-ਨਾਲ ਤੋਸ਼ਾਖਾਨਾ ਵੀ ਮੌਜੂਦ ਹੈ, ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੇਸ਼ਕੀਮਤੀ ਖਜ਼ਾਨਾ ਰੱਖਿਆ ਜਾਂਦਾ ਸੀ ਤੇ ਕਿਹਾ ਇਹ ਵੀ ਜਾਂਦਾ ਹੈ ਕਿ ਦੁਨੀਆ ਦਾ ਬੇਸ਼ਕੀਮਤੀ ਕੋਹੀਨੂਰ ਹੀਰਾ ਵੀ ਇੱਥੇ ਹੀ ਮੌਜੂਦ ਸੀ ਤੇ ਇੱਥੋਂ ਹੀ ਅੰਗਰੇਜ਼ ਹਕੂਮਤ ਉਸ ਹੀਰੇ ਨੂੰ ਇੰਗਲੈਂਡ ਲੈ ਗਈ। ਕਿਲ੍ਹਾ ਗੋਬਿੰਦਗੜ੍ਹ ਵਿੱਚ ਪੁਰਾਣੀ ਬਣਤਰ ਨੂੰ ਬਰਕਰਾਰ ਰੱਖਦੇ ਹੋਏ ਤੋਸ਼ਾਖਾਨਾ, ਜਿਸ ਵਿੱਚ ਪੁਰਾਣੇ ਸਮੇਂ ਦੇ ਸਿੱਕਿਆਂ ਤੇ ਕੋਹੀਨੂਰ ਹੀਰੇ ਦੀ ਹੂਬਹੂ ਨਕਲ ਨੂੰ ਸ਼ੁਮਾਰ ਕੀਤਾ ਗਿਆ ਹੈ। ਤੋਸ਼ਾਖਾਨੇ ਦੇ ਅੰਦਰ ਪ੍ਰਵੇਸ਼ ਕਰਦਿਆਂ ਇੱਕ ਵੱਖਰਾ ਹੀ ਅਨੁਭਵ ਮਹਿਸੂਸ ਹੁੰਦਾ ਹੈ। ਦੇਖੋ ਜੀ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਕਿਲ੍ਹੇ ਤੇ ਕਬਜ਼ਾ ਕੀਤਾ ਹੈ ਤੇ ਉਹਨਾਂ ਦਾ ਇੱਕ ਖਾਸਮ ਖਾਸ ਬੰਦਾ ਸੀ ਹਕੀਮ ਅਜ਼ੀਜ਼ੁਦੀਨ। ਉਹ ਜਿਹੜੀ ਹਵੇਲੀ ਦੇਖਦੇ ਪਏ ਹੋ ਉਹ ਹਕੀਮ ਅਜ਼ੀਜ਼ੁਦੀਨ ਨੂੰ ਦਿੱਤੀ ਗਈ ਸੀ। ਉਹ ਪੂਰੇ ਕਿਲ੍ਹੇ ਦਾ ਕੇਅਰ ਟੇਕਰ ਸੀ ਤੇ ਉਹਨਾਂ ਨੇ ਇੱਥੇ, ਕਿਉਂਕਿ ਲਾਹੌਰ ਦੇ ਵਿੱਚ ਵੀ ਉਹਨਾਂ ਨੂੰ ਡਰ ਸੀ, ਇਹ ਸੈਂਟਰ ਆ ਜਾਂਦਾ, ਇੱਕ ਸੈਂਟਰ ਪੁਆਇੰਟ ਆ ਜਾਂਦਾ, ਉਹਨਾਂ ਨੇ ਆਪਣਾ ਸਾਰਾ ਖਜ਼ਾਨਾ ਜਿਹੜਾ ਸੀ ਉਹ ਇੱਥੇ ਤੋਸ਼ਾਖਾਨਾ ਦੇ ਵਿੱਚ ਰਖਾਇਆ। ਔਰ ਇੱਥੇ ਕੋਹੀਨੂਰ ਹੀਰਾ ਉਹ ਵੀ ਇੱਥੇ ਰੱਖਿਆ ਗਿਆ।
ਤੇ ਉਹਦੀ ਜਿਹੜੀ ਸਾਰੀ ਸਾਂਭ ਸੰਭਾਲ ਹੈ ਉਹ ਹਕੀਮ ਅਜ਼ੀਜ਼ੁਦੀਨ ਨੂੰ ਦਿੱਤੀ ਗਈ ਤੇ ਨਾਲ ਆਪਣੇ ਉਹਨਾਂ ਨੇ ਇੱਥੇ ਸੈਨਾ ਜਿਹੜੀ ਹੈ ਟੁਕੜੀ ਸੈਨਾ ਦੀ ਟੁਕੜੀ ਇੱਥੇ ਰੱਖੀ। ਰੈਪਲੀਕਾ ਹੈ ਜੀ, ਸਾਰੇ ਕੋਇਨਸ ਦੇ ਰੈਪਲੀਕਾ ਹੈ। ਕੋਹੀਨੂਰ ਹੀਰੇ ਦਾ ਰੈਪਲੀਕਾ ਹੈ। ਕੋਇਨਸ ਇਹਦੇ ਵਿੱਚ ਜਿਹੜੇ ਹੈਗੇ ਆ ਉਹ 300 ਸਾਲ ਪੁਰਾਣੇ ਨੇ, ਮੁਗਲਾਂ ਦੇ ਸਮੇਂ ਦੇ ਕੋਇਨਸ ਹੈਗੇ ਆ। ਤੇ ਇੱਕ ਇਹਦਾ ਪਾਰਟ ਜਿਹੜਾ ਹੈਗਾ ਜਦੋਂ ਅਸੀਂ ਐਂਟਰ ਕਰਦੇ ਹਾਂ ਤੇ ਨਾਲ ਖਜ਼ਾਨੇ ਦੇ ਇਲਾਵਾ ਥੋੜਾ ਉਹਨਾਂ ਨੇ ਆਪਣੀ ਆਰਟਿਲਰੀ ਦਾ ਸਮਾਨ ਵੀ ਇੱਥੇ ਰੱਖਿਆ ਹੋਇਆ ਸੀ, ਜਿਵੇਂ ਬਾਰੂਦ ਹੈਗਾ ਉਹਦੇ ਵੱਡੇ ਵੱਡੇ ਕੰਟੇਨਰ ਹੁੰਦੇ ਸੀ ਉਹ ਇੱਥੇ ਰੱਖੇ ਹੋਏ ਸੀ। ਹੁਣ ਉਹ ਰੱਖਣ ਕਰਕੇ ਇਸ ਰੂਮ ਦਾ ਟੈਂਪਰੇਚਰ ਜਿਹੜਾ ਹੈਗਾ ਉਹਨਾਂ ਨੂੰ ਠੰਡਾ ਰੱਖਣਾ ਪੈਂਦਾ ਸੀ। ਉਹਦੇ ਵਾਸਤੇ ਉਸ ਜ਼ਮਾਨੇ ਦੇ ਵਿੱਚ ਟੈਕਨੋਲੋਜੀ ਸੀ ਕਿ ਇੱਕ ਟਨਲ ਅੰਦਰ ਬਣਾਈ ਗਈ ਹੈ ਜਿਹਦੇ 'ਚ ਪਾਣੀ ਛੱਡਿਆ ਜਾਂਦਾ ਸੀ, ਉਹਦੇ ਨਾਲ ਰੂਮ ਦਾ ਟੈਂਪਰੇਚਰ ਜਿਹੜਾ ਉਹ ਕੰਟਰੋਲ 'ਚ ਰਹਿੰਦਾ ਸੀ। ਇਸ ਦੇ ਨਾਲ ਹੀ ਕਿਲੇ ਦੇ ਵਿੱਚ ਇੱਕ ਪਗੜੀ ਮਿਊਜ਼ੀਅਮ ਵੀ ਆਏ ਹੋਏ ਸੈਲਾਨੀਆਂ ਦਾ ਮਨ ਮੋਹਦਾ ਹੈ, ਜਿੱਥੇ ਵੱਖ-ਵੱਖ ਤਰੀਕੇ ਦੀਆਂ ਪਗੜੀਆਂ ਬੁੱਤਾਂ ਤੇ ਸਜਾ ਕੇ ਉਹਨਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ ਹੈ। ਭਾਜੀ ਇਸ ਵੇਲੇ ਆਪਾਂ ਬੈਸਟੀਅਨ 'ਚ ਖੜੇ ਹਾਂ। ਇਸ ਨੂੰ ਵੈਸੇ ਬੇਸਿਕਲੀ ਬੈਸਟੀਅਨ ਕਿਹਾ ਜਾਂਦਾ, ਲੇਕਿਨ ਇਸ ਦੇ ਅੰਦਰ ਅਲੱਗ-ਅਲੱਗ ਪਗੜੀਆਂ ਦਾ ਕਿਸਮਾਂ ਦਾ ਇੱਕ ਨਿਪਟਾਰਾ ਦਿਖਾਇਆ ਗਿਆ ਵਾ। ਜਿਸ ਤਰ੍ਹਾਂ ਕਿ ਸਟਾਰਟਿੰਗ ਤੋਂ ਆਪਾਂ ਕਿਲੇ ਦੇ ਅੰਦਰ ਦਾਖਲ ਹੁੰਦੇ ਆ ਮਿਊਜ਼ੀਅਮ ਦੇ ਵਿੱਚ, ਤਾਂ ਪਹਿਲੋਂ ਆ ਜਾਂਦਾ ਦੁਮਾਲਾ, ਠੀਕ ਹੈ, ਜੋ ਨਿਹੰਗ ਸਿੰਘ ਜੋ ਵਾਰੀਅਰਸ ਮੋਸਟਲੀ ਪਹਿਨਦੇ ਆ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਦਿੱਤੀ ਹੋਈ ਦੇਣ ਹੈ, ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ, ਠੀਕ ਹੈ। ਉਸ ਤੋਂ ਬਗੈਰ ਫਿਰ ਅੱਗੇ ਹੋਰ ਸਾਰੀਆਂ ਕਿਸਮ ਦੀਆਂ ਪਗੜੀਆਂ ਆ ਜਾਂਦੀਆਂ ਨੇ, ਜਿਸ ਤਰ੍ਹਾਂ ਮੋਰਨੀ ਦਸਤਾਰ ਆ ਜਾਂਦੀ ਹੈ ਜੋ ਯੰਗ ਜਨਰੇਸ਼ਨ ਦੇ ਵਿੱਚ ਕਾਫੀ ਪ੍ਰਚਲਿਤ ਆ, ਪਟਿਆਲਾ ਸ਼ਾਹੀ ਪੱਗ ਆ ਜਾਂਦੀ ਹੈ, ਸੈਮੀ ਪਟਿਆਲਾ ਸ਼ਾਹੀ ਪੱਗ ਆ ਜਾਂਦੀ ਹੈ, ਪਰਨਾ ਆ ਜਾਂਦਾ ਵਾ, ਰੀਗਲ ਪਗੜੀ ਆ ਜਾਂਦੀ ਹੈ, ਅਕਾਲੀ ਪਗੜੀ ਆ ਜਾਂਦੀ ਹੈ। ਇਹ ਸਾਰੀਆਂ ਪਗੜੀਆਂ ਇਸ ਕਰਕੇ ਇੱਥੇ ਲਗਾਈਆਂ ਗਈਆਂ ਨੇ, ਇਹ ਦਰਸਾਉਂਦੀਆਂ ਨੇ ਪੰਜਾਬ ਦਾ ਕਲਚਰ ਵਿਰਸਾ। ਜੋ ਬਾਹਰੋਂ ਟੂਰਿਸਟ ਆਉਂਦੇ ਨੇ ਜੋ ਦੇਖਣ ਕਿਲੇ ਨੂੰ, ਉਹ ਦੇਖ ਕੇ ਬੜੇ ਖੁਸ਼ ਮਾਣ ਮਹਿਸੂਸ ਹੁੰਦਾ ਹੈ ਕਿ ਸਾਡਾ ਜੋ ਪੰਜਾਬ ਦਾ ਕਲਚਰ ਆ ਕਿੰਨਾ ਮਹਾਨ ਆ, ਕਿੰਨਾ ਅਮੀਰ ਵਿਰਸਾ ਵਾ। ਇਸ ਕਰਕੇ ਇੱਥੇ ਅਲੱਗ-ਅਲੱਗ ਪ੍ਰਕਾਰ ਦੀਆਂ ਪਗੜੀਆਂ ਲਗਾਈਆਂ ਗਈਆਂ ਨੇ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਰੰਗ ਨੇ, ਅਲੱਗ-ਅਲੱਗ ਸਾਈਜ਼ ਨੇ ਤੇ ਅਲੱਗ-ਅਲੱਗ ਹੀ ਨਾਮ ਨੇ ਸਾਰੀਆਂ ਦਸਤਾਰਾਂ ਦੇ। ਨਵੀਂ ਤਕਨੀਕ ਤੇ 7D ਸ਼ੋਅ 'ਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੋਂ ਜਾਣੂ ਕਰਵਾਇਆ ਜਾਂਦਾ ਹੈ ਤੇ ਰਾਤ ਵੇਲੇ ਇਸ ਥਾਂ ਦਾ ਨਜ਼ਾਰਾ ਵੇਖਣ ਯੋਗ ਹੁੰਦਾ ਹੈ। ਡਾਇਰ ਬੰਗਲੇ ਦੇ ਉੱਪਰ ਕੰਧਾਂ ਬੋਲਦੀਆਂ ਨਾਮੀ ਲੇਜ਼ਰ ਸ਼ੋਅ ਲੋਕਾਂ ਨੂੰ ਪੁਰਾਣੇ ਇਤਿਹਾਸ 'ਚ ਲਿਜਾ ਇਤਿਹਾਸ ਨਾਲ ਤਾਰੁਫ ਕਰਵਾਉਂਦਾ ਹੈ। ਕਿਲੇ ਦੇ ਵਿਹੜੇ 'ਚ ਬਣੇ ਮੰਚ ਤੇ ਪੰਜਾਬ ਦੇ ਲੋਕ ਨਾਚ, ਗਿੱਧਾ ਤੇ ਭੰਗੜੇ ਦੀਆਂ ਪੇਸ਼ਕਾਰੀਆਂ ਸੈਲਾਨੀਆਂ ਦਾ ਮਨ ਮੋਹ ਲੈਂਦੀਆਂ ਹਨ। ਉਹਦੇ ਇਲਾਵਾ ਇੱਕ ਸਾਡਾ ਸ਼ੋਅ ਚੱਲਦਾ 7 ਡਿਜੀਟਲ ਇਫੈਕਟ ਦੇ ਨਾਲ ਇਹ ਸ਼ੋਅ ਦਿਖਾਇਆ ਜਾਂਦਾ ਲੋਕਾਂ ਨੂੰ, ਜਿੱਥੇ ਆਪਾਂ ਥੀਏਟਰ ਦੇ ਵਿੱਚ ਸੀਟ ਤੇ ਬੈਠਦੇ ਆ, 3D ਗਲਾਸਿਸ ਦਿੱਤੇ ਜਾਂਦੇ ਆ ਤੇ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਕਿ ਉਹ ਫਿਲਮ ਦੇ ਅੰਦਰ ਨੇ। ਜਿਵੇਂ ਜਿਵੇਂ ਫਿਲਮ ਚੱਲਦੀ ਹੈ ਉਸ ਤਰ੍ਹਾਂ ਉਹਨਾਂ ਦੀ ਸੀਟ ਵੀ ਮੂਵ ਕਰਦੀ ਹੈ ਤੇ ਉਹਨਾਂ ਨੂੰ ਪੂਰਾ ਉਹ ਇਫੈਕਟ ਮਿਲਦਾ ਹੈ ਕਿ ਉਹ ਪੁਰਾਣੇ ਸਮੇਂ ਦੇ ਵਿੱਚ ਜਾਂਦੇ ਆ। ਮਹਾਰਾਜਾ ਰਣਜੀਤ ਸਿੰਘ ਦਾ ਪੂਰਾ ਇਤਿਹਾਸ ਹੈ ਉਹਦੇ 'ਚ। ਇਸ ਸ਼ੋਅ ਦਾ ਨਾਮ ਹੈ ਸ਼ੇਰੇ ਪੰਜਾਬ ਸ਼ੋਅ। ਤੇ ਦੂਸਰਾ ਸਾਡਾ ਸ਼ੋਅ ਇੱਕ ਬਹੁਤ ਫੇਮਸ, ਇੰਟਰਨੈਸ਼ਨਲੀ ਫੇਮਸ ਸ਼ੋਅ ਹੈਗਾ, ਉਹ ਹੈਗਾ ਲੇਜ਼ਰ ਸ਼ੋਅ। ਇਹ ਰਾਤ ਨੂੰ 8 ਵਜੇ ਹੁੰਦਾ। ਇੱਥੇ ਅਸੀਂ ਇਹ ਜਿਹੜੀ ਸਾਹਮਣੇ ਦੀਵਾਰ ਦੇਖ ਰਹੇ ਹੋ, ਇੱਥੇ ਲੇਜ਼ਰ ਦੇ ਨਾਲ ਪ੍ਰੋਜੈਕਸ਼ਨ ਮੈਪਿੰਗ ਕਰਕੇ ਅਸੀਂ ਸ਼ੋਅ ਦਿਖਾਉਂਦੇ ਹਾਂ। ਉਹ ਪੂਰਾ ਉਸੇ ਤਰ੍ਹਾਂ ਹੀ ਸ਼ੋਅ ਹੁੰਦਾ ਹੈ ਜਿਵੇਂ ਆਪਾਂ ਥੀਏਟਰ ਦੇ ਵਿੱਚ ਬਹਿ ਕੇ ਕੋਈ ਫਿਲਮ ਦੇਖ ਰਹੇ ਹਾਂ। ਇਹ ਟੈਕਨੋਲੋਜੀ ਜਿਹੜੀ ਹੈ ਸਾਡੀ ਕੰਪਨੀ ਲੈ ਕੇ ਆਈ ਹੈ। ਅਦਰਵਾਈਜ਼ ਲੇਜ਼ਰ ਸ਼ੋਅ ਤੁਸੀਂ ਕਿਤੇ ਵੀ ਦੇਖੇ ਹੋਣਗੇ, ਉਹ ਲੇਜ਼ਰ ਸ਼ੋਅ ਨੇ, ਪ੍ਰੋਜੈਕਸ਼ਨ ਮੈਪਿੰਗ ਨਹੀਂ ਹੈਗੇ। ਇਹ ਪ੍ਰੋਜੈਕਸ਼ਨ ਮੈਪਿੰਗ ਦਾ ਪਹਿਲਾ ਸ਼ੋਅ। ਨਿਹੰਗ ਸਿੰਘਾਂ ਵੱਲੋਂ ਖੇਡਿਆ ਜਾਂਦਾ ਗੱਤਕਾ ਵਿਰਾਸਤੀ ਪੱਖ ਪੇਸ਼ ਕਰਦਾ ਹੈ। ਅੰਮ੍ਰਿਤਸਰੀ ਲਾਜ਼ੀਜ਼ ਖਾਣਿਆਂ ਦੀ ਭਰਮਾਰ ਵਾਲਾ ਅੰਮ੍ਰਿਤਸਰੀ ਜ਼ਾਇਕਾ, ਪੰਜਾਬੀ ਪਹਿਰਾਵਿਆਂ ਦਾ ਹੌਟ ਬਾਜ਼ਾਰ, ਵੱਖੋ-ਵੱਖ ਖੇਡਾਂ, ਊਠ ਤੇ ਘੋੜੇ ਦੀ ਸਵਾਰੀ ਪੰਜਾਬ ਦੇ ਬਹੁ ਰੰਗਾਂ ਦੀ ਤਸਵੀਰ ਪੇਸ਼ ਕਰਦੀ ਹੈ। ਵਿਰਾਸਤਨਾਮਾ 'ਚ ਅੱਜ ਅਸੀਂ ਤੁਹਾਨੂੰ ਸੈਰ ਕਰਵਾਈ ਪੰਜਾਬ ਦੀ ਮਹਾਨ ਵਿਰਾਸਤ ਕਿਲ੍ਹਾ ਗੋਬਿੰਦਗੜ੍ਹ ਦੀ, ਜੋ ਆਪਣੇ ਆਪ ਦੇ ਵਿੱਚ ਸਦੀਆਂ ਪੁਰਾਣਾ ਇਤਿਹਾਸ ਸਮੋਈ ਬੈਠਾ ਹੈ। ਇਹ ਕਿਲ੍ਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮਹਿਜ਼ 2 ਕਿਲੋਮੀਟਰ ਦੀ ਵਿੱਥ ਤੇ ਹੈ ਤੇ ਤੁਸੀਂ ਵੀ ਜਦੋਂ ਕਿਤੇ ਅੰਮ੍ਰਿਤਸਰ ਆਓ, ਪੰਜਾਬ ਦੀ ਇਸ ਮਹਾਨ ਵਿਰਾਸਤ ਨੂੰ ਜ਼ਰੂਰ ਦੇਖੋ। ਤੁਹਾਡੇ ਜ਼ਿਹਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ, ਹੇਠ ਲਿਖੀ ਮੇਲ ਤੇ ਸੰਪਰਕ ਕਰ ਸਕਦੇ ਹੋ। ਹੁਣ ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ। ਧੰਨਵਾਦ।